ਸਤਿ ਸ੍ਰੀ ਅਕਾਲ ਦੋਸਤੋ, ਆਪ ਸਭ ਦਾ ਸਵਾਗਤ ਹੈ ਮੇਰੇ ਇਸ ਪੇਜ ਉੱਤੇ। ਅੱਜ ਆਪਾਂ ਗੱਲ ਕਰਾਂਗੇ ਬਹੁਤ ਹੀ ਚਰਚਾ ਵਿੱਚ ਰਹਿਣ ਵਾਲੀ ਇੱਕ ਬਾਬੇ ਦੀ, ਓਸ਼ੋ ਦੀ। ਇਸ ਬਾਬੇ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹੋਰ ਤਾਂ ਹੋਰ ਅਮਰੀਕਾ ਦੇ ਰਾਸ਼ਟਰਪਤੀ ਤੱਕ ਹਿੱਲ ਗਏ ਸਨ। ਦੇਸ਼ਾਂ ਦੀਆਂ ਸਰਕਾਰਾਂ ਉਸ ਤੋਂ ਡਰਨ ਲੱਗ ਗਈਆਂ ਸਨ, ਕਿਉਂਕਿ ਬਾਬੇ ਦੀ ਫੈਨ ਫੋਲੋਇੰਗ ਬਹੁਤ ਸੀ ਅਤੇ 100 ਰਾਇਲਸ ਰੋਇਸ ਕਾਰਾਂ ਸਨ ਅਤੇ ਉਹ 365 ਲੈਣੀਆਂ ਚਾਹੁੰਦਾ ਸੀ, ਹਰ ਇੱਕ ਦਿਨ ਲਈ ਅਲੱਗ ਰਾਇਲਸ ਰੋਇਸ ਕਾਰ। ਇਹ ਕਹਾਣੀ ਬਹੁਤ ਹੀ ਦਿਲਚਸਪ ਹੈ, ਕਿਉਂਕਿ ਬਾਬੇ ਦੇ ਕਈ ਅਜਿਹੇ ਪਹਿਲੂਆਂ 'ਤੇ ਇਸ ਕਹਾਣੀ ਵਿੱਚ ਗੱਲ ਕੀਤੀ ਗਈ ਹੈ ਜਿਸ ਬਾਰੇ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈ। ਬਾਬੇ ਦੇ ਆਸ਼ਰਮਾਂ ਵਿੱਚ ਜੋ ਜੋ ਕੁਝ ਹੁੰਦਾ ਰਿਹਾ ਹੈ, ਆਪਾਂ ਅੱਜ ਇਸ ਕਹਾਣੀ ਵਿੱਚ ਉਸ ਉੱਤੇ ਚਾਨਣਾ ਪਾਵਾਂਗੇ। ਓਸ਼ੋ ਨੂੰ ਬੁੱਕਮੈਨ ਵੀ ਕਿਹਾ ਜਾਂਦਾ ਹੈ, ਕਿਉਂਕਿ ਉਸਨੇ 1 ਲੱਖ ਤੋਂ ਵੱਧ ਕਿਤਾਬਾਂ ਪੜ੍ਹੀਆਂ ਸਨ। ਉਹ ਡੇਲੀ 2-3 ਕਿਤਾਬਾਂ ਪੜ੍ਹਦੇ ਸਨ। ਇਹਨਾਂ ਦੀ ਇੱਕ ਪੂਰੀ ਲਾਇਬ੍ਰੇਰੀ ਸੀ। ਇਹਨਾਂ ਦੇ ਪਿਤਾ ਅਨੁਸਾਰ ਸਾਡੇ ਘਰ ਵਿੱਚ ਇੱਕ ਲਾਇਬ੍ਰੇਰੀ ਹੋਇਆ ਕਰਦੀ ਸੀ, ਪਰ ਹੁਣ ਲਾਇਬ੍ਰੇਰੀ ਵਿੱਚ ਸਾਡਾ ਘਰ ਹੈ। ਓਸ਼ੋ ਮੋਕਸ਼ ਪ੍ਰਾਪਤੀ ਬਾਰੇ ਗੱਲ ਕਰਦਾ ਸੀ। ਅੱਜ ਆਪਾਂ ਅਨਨੋਨ ਫੈਕਟਸ ਅਬਾਊਟ ਓਸ਼ੋ ਬਾਰੇ ਗੱਲ ਕਰਾਂਗੇ। ਓਸ਼ੋ ਦਾ ਜਨਮ 11 ਦਸੰਬਰ 1931 ਮੱਧ ਪ੍ਰਦੇਸ਼ ਦੇ ਕੁਚਵਾੜਾ ਪਿੰਡ ਵਿੱਚ ਹੋਇਆ ਸੀ। ਪਿਤਾ ਦਾ ਨਾਮ ਬਾਬੂ ਲਾਲ, ਮਾਤਾ ਦਾ ਨਾਮ ਸਰਸਵਤੀ ਜੈਨ ਸੀ। ਓਸ਼ੋ ਦਾ ਅਸਲ ਨਾਮ ਚੰਦਰ ਮੋਹਨ ਜੈਨ ਸੀ। ਬਾਅਦ ਵਿੱਚ ਇਸ ਨੂੰ ਬਦਲ ਕੇ ਆਚਾਰੀਆ ਰਜਨੀਸ਼ ਵੀ ਕੀਤਾ ਗਿਆ। ਇਹ ਕਿਉਂ ਕੀਤਾ ਗਿਆ, ਕਿਵੇਂ ਕੀਤਾ ਗਿਆ, ਇਸ ਬਾਰੇ ਅੱਗੇ ਗੱਲ ਕਰਾਂਗੇ। ਸੋ ਗੱਲ ਕਰਦੇ ਹਾਂ ਓਸ਼ੋ ਦੀਆਂ ਪ੍ਰਸਿੱਧ ਕਿਤਾਬਾਂ ਏਕ ਅਨੋਖਾ ਗੁਰੂ ਅਤੇ ਸੰਭੋਗ ਤੋਂ ਸਮਾਧੀ ਤੱਕ ਦੀ। ਇਹ ਬਹੁਤ ਪੜ੍ਹੀਆਂ ਗਈਆਂ, ਜਦਕਿ ਓਸ਼ੋ ਦੀ ਆਪਣੀ ਲਿਖੀ ਵੀ ਕੋਈ ਵੀ ਕਿਤਾਬ ਨਹੀਂ ਹੈ। ਉਹਨਾਂ ਦੇ ਪ੍ਰਵਚਨਾਂ ਨੂੰ ਹੀ ਕਾਪੀ ਕਰਕੇ ਲੋਕਾਂ ਨੇ ਐਜ਼ ਟੂ ਐਜ਼ ਕਿਤਾਬਾਂ ਛਾਪ ਦਿੱਤੀਆਂ ਅਤੇ ਉਹ ਬਹੁਤ ਹੀ ਚਰਚਾ ਵਿੱਚ ਵੀ ਰਹੀਆਂ। ਓਸ਼ੋ ਦੀ ਕਹਾਣੀ ਜਨਮ ਤੋਂ ਹੀ ਹੈਰਾਨ ਕਰ ਦੇਣ ਵਾਲੀ ਹੈ। ਉਹ ਜਨਮ ਤੋਂ 3 ਦਿਨ ਬਾਅਦ ਕੁਝ ਵੀ ਨਹੀਂ ਬੋਲਿਆ ਅਤੇ ਨਾ ਹੀ ਕੋਈ ਹਿਲਜੁਲ ਕੀਤੀ। 3 ਦਿਨ ਬਾਅਦ ਉਸਨੇ ਹਿੱਲਣਾ ਜੁਲਣਾ ਸ਼ੁਰੂ ਕੀਤਾ। ਉਹ ਆਪਣੇ ਮਾਤਾ ਪਿਤਾ ਦੀ 11ਵੀਂ ਸੰਤਾਨ ਸਨ। ਇਸ ਦੇ ਜਨਮ ਤੋਂ ਬਾਅਦ ਕੁਝ ਸਾਧੂ ਸੰਤਾਂ ਨੇ ਕਿਹਾ ਸੀ ਕਿ ਹਰ 7 ਸਾਲ ਬਾਅਦ ਇਹਨਾਂ 'ਤੇ ਮਰਨ ਦਾ ਯੋਗ ਹੈ। ਜੇਕਰ ਇਹ 21 ਸਾਲ ਜੀ ਗਿਆ, ਉਸ ਤੋਂ ਬਾਅਦ ਇਹ ਬੁੱਧ ਹੋ ਜਾਵੇਗਾ, ਮਤਲਬ ਬਹੁਤ ਬੜਾ ਗਿਆਨੀ। ਤਾਂ ਜਦੋਂ ਓਸ਼ੋ 14 ਸਾਲ ਦੇ ਹੋਏ, ਇੱਕ ਮੰਦਰ ਵਿੱਚ ਬੈਠ ਕੇ ਕਈ ਦਿਨ ਵੇਟ ਕੀਤਾ ਕਿ ਮੌਤ ਕਦੋਂ ਆਵੇਗੀ, ਪਰ ਉਹਨਾਂ ਨੂੰ ਕੁਝ ਵੀ ਨਹੀਂ ਹੋਇਆ। ਉਹਨਾਂ ਦਾ ਬਚਪਨ ਆਪਣੀ ਨਾਨੀ ਕੋਲ ਹੀ ਬੀਤਿਆ, ਜਿੱਥੇ ਇਹਨਾਂ ਨੂੰ ਪੂਰੀ ਖੁੱਲ੍ਹ ਦਿੱਤੀ ਗਈ ਸੀ ਅਤੇ ਇਹਨਾਂ ਦਾ ਲਗਾਅ ਇੱਕ ਪਿੱਪਲ ਦੇ ਦਰਖਤ ਨਾਲ ਬਹੁਤ ਸੀ, ਜਿੱਥੇ ਇਹ ਅਕਸਰ ਜਾਇਆ ਕਰਦੇ ਸੀ। ਸੋ ਓਸ਼ੋ ਨੇ ਕਿਹਾ ਸੀ ਕਿ ਮੇਰਾ ਕਿਸੇ ਵੀ ਇਨਸਾਨ ਨਾਲ ਇੰਨਾ ਅਟੈਚਮੈਂਟ ਨਹੀਂ ਹੋਇਆ ਸੀ ਜਿੰਨਾ ਇਸ ਪਿੱਪਲ ਦੇ ਦਰਖਤ ਨਾਲ ਹੋਇਆ ਸੀ। ਅਤੇ ਜਿਹੜੇ ਬੰਦਿਆਂ ਨੂੰ ਵੀ ਇਸ ਤਰ੍ਹਾਂ ਦਾ ਗਿਆਨ ਪ੍ਰਾਪਤ ਹੋਇਆ ਹੈ, ਸਾਰੇ 90% ਬੰਦੇ ਪੇੜ ਥੱਲੇ ਹੀ ਬੈਠੇ ਸੀ, ਜਿਵੇਂ ਕਿ ਸਵਾਮੀ ਵਿਵੇਕਾਨੰਦ ਜਾਂ ਮਹਾਤਮਾ ਬੁੱਧ ਹੋਣ। ਸੋ ਜਦੋਂ ਇਹ ਦਰਖਤ ਥੱਲੇ ਬੈਠੇ ਤਾਂ ਇਹਨਾਂ ਨੂੰ ਇਸ ਤਰ੍ਹਾਂ ਫੀਲ ਹੋਇਆ ਜਿਵੇਂ ਸਾਰੇ ਦੁਆਰ ਖੁੱਲ੍ਹ ਗਏ। ਜਿੰਨੇ ਵੀ ਸਵਾਲਾਂ ਦੇ ਜਵਾਬ ਤੁਸੀਂ ਲੱਭ ਰਹੇ ਸੀ, ਉਹ ਸਾਰੇ ਤੁਹਾਨੂੰ ਮਿਲ ਗਏ ਹਨ। ਕਹਿਣ ਦਾ ਭਾਵ ਯੂਨੀਵਰਸ ਨੇ ਤੁਹਾਨੂੰ ਪੂਰੀ ਸੱਚਾਈ ਦਿਖਾ ਦਿੱਤੀ। 21 ਸਾਲ ਤੱਕ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ। ਓਸ਼ੋ ਦਾ ਮੰਨਣਾ ਸੀ ਕਿ ਤੁਸੀਂ ਆਪਣੇ ਪਰਿਵਾਰ ਵਿੱਚ ਰਹਿ ਕੇ ਹਰ ਤਰ੍ਹਾਂ ਦੇ ਕੰਮ ਕਰਕੇ ਸੰਨਿਆਸੀ ਬਣ ਸਕਦੇ ਹੋ। ਇਹੀ ਕਾਰਨ ਸੀ ਕਿ ਵੱਡੇ ਵੱਡੇ ਧਰਮ ਗੁਰੂ ਇਹਨਾਂ ਦੇ ਖਿਲਾਫ ਹੋ ਗਏ ਅਤੇ ਇਹ ਬਹੁਤ ਹੀ ਵਿਵਾਦਿਤ ਵੀ ਰਹੇ, ਪਰ ਲੋਕਾਂ ਨੂੰ ਇਹਨਾਂ ਦਾ ਆਈਡੀਆ ਬਹੁਤ ਵਧੀਆ ਲੱਗਿਆ, ਪਰਿਵਾਰਕ ਜੀਵਨ ਵਿੱਚ ਰਹਿੰਦੇ ਹੋਏ ਸੰਨਿਆਸੀ ਬਣਨ ਦਾ। ਪਰ 15 ਸਾਲ ਤੱਕ ਓਸ਼ੋ ਨੇ ਬਹੁਤ ਪੜ੍ਹਾਈ ਕੀਤੀ, ਬਹੁਤ ਗਿਆਨ ਪ੍ਰਾਪਤ ਕੀਤਾ ਅਤੇ ਜੋ ਗੱਲਾਂ ਕਰਦੇ ਸੀ ਉੱਥੇ ਲੋਕਾਂ ਦੀ ਭੀੜ ਲੱਗ ਜਾਂਦੀ ਸੀ। ਇਹਨਾਂ ਨੇ ਵਿਆਹ ਨੂੰ ਇੱਕ ਆਲਣਾ ਦੱਸਿਆ ਸੀ, ਸੋ ਅਜਿਹੇ ਸ਼ਬਦ ਵਰਤਣ 'ਤੇ ਆਲੋਚਨਾ ਹੋਣਾ ਤਾਂ ਲਾਜ਼ਮੀ ਹੈ। ਇਹਨਾਂ ਨੇ ਸੰਭੋਗ ਨੂੰ ਵੀ ਮੋਕਸ਼ ਪ੍ਰਾਪਤ ਕਰਨ ਦਾ ਇੱਕ ਤਰੀਕਾ ਦੱਸਿਆ ਸੀ। ਇਹਨਾਂ ਨੇ ਆਪਣੀਆਂ ਹੀ 100 ਤੋਂ ਵੱਧ ਮੈਡੀਟੇਸ਼ਨਾਂ ਬਣਾਈਆਂ ਨੇ ਅਤੇ ਇਸ ਦੇ ਨਾਲ ਨਾਲ ਇਸ ਨੇ ਸਾਰੇ ਧਰਮਾਂ ਨੂੰ ਵੀ ਪੜ੍ਹਿਆ। 18 ਸਾਲ ਦੇ ਹੁੰਦੇ ਹੁੰਦੇ ਇਹਨਾਂ ਨੇ ਆਪਣੀਆਂ ਸਾਰੀਆਂ ਚੀਜ਼ਾਂ 'ਤੇ ਕੰਟਰੋਲ ਪਾ ਲਿਆ ਅਤੇ ਇਹਨਾਂ ਨੇ ਆਪਣੀ ਚੇਤਨਾ ਨੂੰ ਹੀ ਐਕਸਪੈਂਡ ਕਰ ਦਿੱਤਾ। ਕੁੱਲ ਮਿਲਾ ਕੇ ਸਾਰੇ ਧਰਮਾਂ ਦਾ ਇਹ ਕਹਿਣਾ ਹੈ ਕਿ ਜੇਕਰ ਤੁਸੀਂ ਆਪਣੀ ਚੇਤਨਾ ਨੂੰ ਜਗਾ ਲਿਆ ਤਾਂ ਗਿਆਨ ਪ੍ਰਾਪਤ ਕਰ ਲਿਆ। 18 ਸਾਲ ਤੱਕ ਹਜ਼ਾਰਾਂ ਕਿਤਾਬਾਂ ਪੜ੍ਹ ਚੁੱਕੇ ਸਨ। ਬਰੀਥਿੰਗ ਕੰਟਰੋਲਸ, ਯੋਗਿਕ ਐਕਸਰਸਾਈਜ਼, ਮੈਡੀਟੇਸ਼ਨ ਅਤੇ ਹਿਪਨੋਸਿਸ। ਇਸ ਤੋਂ ਬਾਅਦ ਵੀ ਇਹ ਹੋਰ ਪੜ੍ਹਦੇ ਗਏ। ਇਹਨਾਂ ਨੇ BA ਕੀਤੀ ਅਤੇ MA ਫਿਲੋਸਫੀ ਵਿੱਚ ਕੀਤੀ। ਇਹ ਗੋਲਡ ਮੈਡਲਿਸਟ ਸੀ ਅਤੇ ਬਾਅਦ ਵਿੱਚ ਇਹ ਸੰਸਕ੍ਰਿਤ ਕਾਲਜ ਵਿੱਚ ਪ੍ਰੋਫੈਸਰ ਲੱਗ ਗਏ ਅਤੇ ਉੱਥੇ ਵੀ ਬੜਾ ਸਮਾਂ ਨਹੀਂ ਟਿਕ ਸਕੇ, ਕਿਉਂਕਿ ਇਹਨਾਂ ਦੇ ਤਰਕ ਦੇ ਅੱਗੇ ਵੱਡੇ ਵੱਡੇ ਪ੍ਰੋਫੈਸਰ ਟਿਕ ਨਹੀਂ ਸਕੇ। ਇਸ ਕਰਕੇ ਉਹ ਇਹਨਾਂ ਨਾਲ ਲੱਗਣ ਲੱਗ ਗਏ, ਚਿੜ ਖਾਣ ਲੱਗ ਗਏ। ਪਰ ਫਿਰ ਓਸ਼ੋ ਨੂੰ ਸਮਝ ਆ ਗਿਆ ਕਿ ਮੈਂ ਟੀਚਰ ਤਾਂ ਜ਼ਰੂਰ ਬਣੂੰਗਾ, ਪਰ ਕਿਸੇ ਕਾਲਜ ਦਾ ਨਹੀਂ, ਪੂਰੀ ਦੁਨੀਆ ਦਾ। ਅਤੇ ਫਿਰ ਉਸ ਤੋਂ ਬਾਅਦ 1966 ਤੋਂ ਲੈ ਕੇ 66 ਤੱਕ ਪੂਰਾ ਸਪੀਕਿੰਗ ਟੂਰ ਲਿਆ, ਜਿਸ ਤੋਂ ਬਾਅਦ ਲੋਕ ਇਹਨਾਂ ਨਾਲ ਜੁੜਦੇ ਚਲੇ ਗਏ। ਉਸ ਤੋਂ ਬਾਅਦ ਓਸ਼ੋ ਰਜਨੀਸ਼ ਆਚਾਰੀਆ ਰਜਨੀਸ਼ ਹੋ ਗਏ। ਆਚਾਰੀਆ ਮਤਲਬ ਗੁਰੂ। ਅਤੇ ਉਸ ਤੋਂ ਬਾਅਦ ਇਹਨਾਂ ਨੇ ਬਹੁਤ ਲੈਕਚਰ ਕੱਢੇ, ਲੈਕਚਰ ਤੋਂ ਬਾਅਦ ਲੈਕਚਰ।
ਪਰ ਇਸ ਵਕਤ ਵੀ ਓਸ਼ੋ ਗਰੀਬ ਹੀ ਸੀ। ਪਰ ਇਸ ਸਮੇਂ ਓਸ਼ੋ ਮਸ਼ਹੂਰ ਹੋ ਰਹੇ ਸੀ। ਵੱਡੇ ਵੱਡੇ ਲੋਕ ਇਹਨਾਂ ਤੋਂ ਸਲਾਹ ਲੈਣ ਆਉਂਦੇ ਸਨ। ਸੋ ਜਦੋਂ ਇਹਨਾਂ ਨੇ ਉਹਨਾਂ ਸਮਿਆਂ ਵਿੱਚ ਇਹ ਕਹਿ ਦਿੱਤਾ ਸੀ, ਘਰ ਛੱਡੇ ਬਗੈਰ ਤੁਸੀਂ ਪਰਿਵਾਰ ਵਿੱਚ ਰਹਿ ਕੇ ਮੋਕਸ਼ ਪ੍ਰਾਪਤ ਕਰ ਸਕਦੇ ਹੋ, ਤਾਂ ਬਹੁਤ ਸਾਰੇ ਧਰਮ ਗੁਰੂਆਂ ਨੂੰ ਪ੍ਰੋਬਲਮ ਹੋ ਗਈ। ਓਸ਼ੋ ਤਰਕ ਦੇ ਵਿੱਚ ਬਹੁਤ ਹੀ ਮਜ਼ਬੂਤ ਸੀ। 1 ਲੱਖ ਕਿਤਾਬਾਂ ਪੜ੍ਹੀਆਂ ਸਨ ਉਹਨਾਂ ਨੇ। ਕਿਹਾ ਜਾਂਦਾ 20ਵੀਂ ਸਦੀ ਦਾ ਸਭ ਤੋਂ ਵੱਧ ਕਿਤਾਬਾਂ ਪੜ੍ਹਨ ਵਾਲਾ ਇਨਸਾਨ ਹੈ ਓਸ਼ੋ। ਬਹੁਤ ਜ਼ਿਆਦਾ ਗਿਆਨ ਪ੍ਰਾਪਤੀ ਕਾਰਨ ਹੀ ਬਹੁਤ ਲੋਕ ਇਹਨਾਂ ਨਾਲ ਚਿੜਨ ਲੱਗ ਪਏ ਅਤੇ 1971 ਦੇ ਨੇੜੇ ਇਹ ਮੁੰਬਈ ਚਲੇ ਗਏ, ਕਿਉਂਕਿ ਇਹਨਾਂ ਦੇ ਵਿਦਿਆਰਥੀ ਬਾਹਰਲੀਆਂ ਕੰਟਰੀਆਂ ਤੋਂ ਆਉਣ ਲੱਗੇ। ਵੱਡੇ ਵੱਡੇ ਡਾਕਟਰ, ਵੱਡੇ ਵੱਡੇ ਸਾਇੰਟਿਸਟ ਇਹਨਾਂ ਦੇ ਅੱਗੇ ਆ ਕੇ ਬੈਠਣ ਲੱਗੇ ਅਤੇ ਹੁਣ ਇਹਨਾਂ ਨੂੰ ਇੱਕ ਆਸ਼ਰਮ ਦੀ ਲੋੜ ਸੀ। ਇਹ ਸਾਰੇ ਬਾਹਰ ਤੋਂ ਆ ਰਹੇ ਸਨ, ਵੈਸਟਰਨ, ਯੂਰਪ, ਅਮਰੀਕਾ ਤੋਂ। ਅਤੇ ਇਹਨਾਂ ਵਿੱਚੋਂ ਹੀ ਮਾਂ ਜੋਗਾ ਲక్ష్ਮੀ, ਜੋ ਚੰਗੇ ਬੈਕਗਰਾਊਂਡ ਤੋਂ ਸੀ, ਉਹ ਇਹਨਾਂ ਦੀ ਸੈਕਟਰੀ ਬਣੀ। ਇਹਨਾਂ ਦੇ ਇੰਦਰਾ ਗਾਂਧੀ ਅਤੇ ਕਾਂਗਰਸ ਨਾਲ ਚੰਗੇ ਰਿਸ਼ਤੇ ਸਨ। ਉੱਥੋਂ ਇਹਨਾਂ ਨੇ ਫੰਡਿੰਗ 'ਤੇ ਪੈਸਾ ਲਿਆ। ਬੰਬੇ ਵਿੱਚ ਇਹ ਸ਼ਿਫਟ ਤਾਂ ਹੋ ਗਏ, ਪਰ ਜ਼ਿਆਦਾ ਸਮਾਂ ਨਹੀਂ ਰਹਿ ਸਕੇ, ਕਿਉਂਕਿ ਉੱਥੇ ਬਹੁਤ ਜ਼ਿਆਦਾ ਬਿਮਾਰ ਰਹਿਣ ਲੱਗ ਪਏ ਸੀ। ਇਸ ਤੋਂ ਬਾਅਦ ਇਹਨਾਂ ਨੂੰ ਨੇਚਰ ਦੇ ਵਿੱਚ ਕੋਈ ਬਹੁਤ ਹੀ ਵਧੀਆ ਜਗ੍ਹਾ ਚਾਹੀਦੀ ਸੀ। ਇਸ ਕਾਰਨ ਇਹ ਪੂਨੇ ਦੇ ਵਿੱਚ ਸ਼ਿਫਟ ਹੋ ਗਏ ਅਤੇ 74 ਤੋਂ ਲੈ ਕੇ 81 ਤੱਕ ਉੱਥੇ ਹੀ ਰਹੇ। ਅਤੇ ਇੱਥੇ ਹੀ ਕੰਟਰੋਵਰਸੀ ਸਟਾਰਟ ਹੁੰਦੀ ਹੈ, ਬੇਸ਼ੱਕ ਉਹ ਆਸ਼ਰਮ ਦੀ ਕੰਟਰੋਵਰਸੀ ਹੋਵੇ ਜਾਂ ਪੋਲੀਟੀਕਲ। ਜਿੱਥੇ ਸਵੇਰੇ 6 ਵਜੇ ਉੱਠ ਕੇ ਡਾਇਨਾਮਿਕ ਮੈਡੀਟੇਸ਼ਨ ਹੁੰਦੀ ਸੀ ਅਤੇ 8 ਵਜੇ ਓਸ਼ੋ ਦਾ ਬਹੁਤ ਹੀ ਕਮਾਲ ਦਾ ਲੈਕਚਰ ਹੁੰਦਾ ਸੀ, ਅਤੇ ਜਿਨ੍ਹਾਂ ਕਾਰਨਾਂ ਕਰਕੇ ਦੁਨੀਆ ਓਸ਼ੋ ਦੀ ਫੈਨ ਹੈ। ਅਤੇ ਉਸ ਤੋਂ ਬਾਅਦ ਪੂਰਾ ਦਿਨ ਅਲੱਗ-ਅਲੱਗ ਤਰ੍ਹਾਂ ਦੀਆਂ ਥੈਰੇਪੀਆਂ ਦਿੱਤੀਆਂ ਜਾਂਦੀਆਂ ਸਨ। 1979 ਤੋਂ ਲੈ ਕੇ 80 ਤੱਕ ਇੱਥੇ ਰਹਿੰਦੇ ਓਸ਼ੋ ਦੇ ਭਗਤਾਂ ਦੀ ਗਿਣਤੀ 1 ਲੱਖ ਤੋਂ ਵੱਧ ਹੋ ਗਈ। ਇੱਥੇ ਰਹਿੰਦੇ ਹੀ ਓਸ਼ੋ ਨੇ ਕਿਹਾ ਕਿ ਧਰਮ ਇੱਕ ਜਾਲ ਹੈ ਜੋ ਲੋਕਾਂ ਨੂੰ ਅੱਗੇ ਵਧਣ ਨਹੀਂ ਦਿੰਦਾ। ਅਸੀਂ ਇੱਕ ਮਾਡਰਨ ਸਮੇਂ ਵਿੱਚ ਰਹਿ ਰਹੇ ਹਾਂ, ਪਰ ਹੁਣ ਇੱਥੇ ਆਸ਼ਰਮ ਵਿੱਚ ਬਾਹਰਲੇ ਲੋਕਾਂ ਦੀ ਤਾਦਾਦ ਬਹੁਤ ਵਧਣ ਲੱਗੀ, ਜਿਸ 'ਤੇ ਸਰਕਾਰ ਨੇ ਇਸ 'ਤੇ ਨਜ਼ਰ ਰੱਖਣੀ ਸ਼ੁਰੂ ਕੀਤੀ। ਅਤੇ ਦੇਖਦੇ ਦੇਖਦੇ ਵਿਜ਼ਟਰ ਇੰਨੇ ਵੱਧ ਗਏ ਕਿ ਆਸ਼ਰਮ ਵਿੱਚ ਜਗ੍ਹਾ ਥੋੜ੍ਹੀ ਪੈ ਗਈ। ਅਤੇ ਓਸ਼ੋ ਨੂੰ ਵੀ ਲੱਗ ਰਿਹਾ ਸੀ ਕਿ ਬਹੁਤ ਵੱਡੀ ਵਿਸ਼ਾਲ ਜਗ੍ਹਾ ਚਾਹੀਦੀ ਹੈ ਜਿੱਥੇ ਆਪਣਾ ਆਸ਼ਰਮ ਹੋਣਾ ਚਾਹੀਦਾ ਹੈ। ਇਹ ਪੂਨੇ ਵਾਲਾ ਆਸ਼ਰਮ ਹੁਣ ਆਪਣੇ ਵਿਜ਼ਟਰ ਨਹੀਂ ਸਾਂਭ ਸਕਦਾ। ਉਸ ਤੋਂ ਬਾਅਦ ਉਹਨਾਂ ਨੇ ਮਨ ਬਣਾਇਆ ਕਿ ਆਪਾਂ ਅਮਰੀਕਾ ਚੱਲਦੇ ਹਾਂ, ਜਿਸ ਤੋਂ ਬਾਅਦ ਇਹਨਾਂ ਨੇ ਅਮਰੀਕਾ ਵਿੱਚ ਨਵੀਂ ਜਗ੍ਹਾ ਲੱਭਣੀ ਸੀ। ਅਤੇ 1981 ਵਿੱਚ ਪਹੁੰਚ ਜਾਂਦੇ ਨੇ ਓਸ਼ੋ ਅਮਰੀਕਾ, ਪਰ ਉੱਥੇ ਇਹ ਮੌਨ ਵਰਤ 'ਤੇ ਰਹਿੰਦੇ ਨੇ। ਇਹ ਕਹਿੰਦੇ ਨੇ ਕਿ 3.5 ਸਾਲ ਤੱਕ ਮੈਂ ਕੁਝ ਵੀ ਨਹੀਂ ਬੋਲਾਂਗਾ, ਜੋ ਵੀ ਪ੍ਰਵਚਨ ਹੋਣਗੇ ਲਿਖ ਕੇ ਦਿੱਤੇ ਜਾਣਗੇ। ਅਤੇ ਹੁਣ ਜੋ ਓਸ਼ੋ ਦੀ ਸੈਕਟਰੀ ਸੀ ਮਾਂ ਜੋਗਾ ਲక్ష్ਮੀ, ਉਹਨਾਂ ਦਾ ਨਾਮ ਬਦਲ ਕੇ ਰੱਖ ਦਿੱਤਾ ਗਿਆ ਮਾਂ ਸ਼ੀਲਾ ਸਿਲਵਰਮੈਨ। ਇਸ ਨੇ ਹੀ ਫਿਰ ਘਪਲੇਬਾਜ਼ੀ ਸ਼ੁਰੂ ਕਰਨੀ ਕਰ ਦਿੱਤੀ ਅਤੇ ਇਹਨਾਂ ਨੇ ਪਹਿਲਾਂ ਅਮਰੀਕਾ ਵਿੱਚ ਜਗ੍ਹਾ ਲੱਭੀ, ਓਰੇਗਨ, ਜਿੱਥੇ ਪੂਰਾ ਰੇਗਿਸਤਾਨ ਹਨ, ਥੋੜ੍ਹੇ ਬਹੁਤੇ ਜੰਗਲ ਵੀ ਹਨ। ਕਹਿਣ ਦਾ ਭਾਵ ਉਹ ਨਾ ਵਰਤਣਯੋਗ ਏਰੀਆ ਸੀ। ਪਰ ਓਸ਼ੋ ਦੇ ਵੀਜ਼ੇ ਵਿੱਚ ਦੱਸਿਆ ਗਿਆ ਹੈ ਕਿ ਉਹ ਮੈਡੀਕਲ ਪਰਪਸ ਲਈ ਅਮਰੀਕਾ ਜਾ ਰਹੇ ਹਨ, ਇਲਾਜ ਕਰਵਾਉਣ ਲਈ। ਪਰ ਅਸਲ ਵਿੱਚ ਪਲਾਨ ਕੁਝ ਹੋਰ ਸੀ। ਉੱਥੇ ਸ਼ੀਲਾ ਅਤੇ ਉਸਦੇ ਹਸਬੈਂਡ ਨੇ ਬਹੁਤ ਵੱਡੀ ਪ੍ਰਾਪਰਟੀ ਖਰੀਦੀ ਅਤੇ ਉਸ ਵਿੱਚ ਹੋਰ ਭਗਤਾਂ ਦਾ ਪੈਸਾ ਵੀ ਲੱਗਿਆ ਸੀ। ਇਹ ਪ੍ਰਾਪਰਟੀ ਤੁਹਾਨੂੰ ਦੱਸ ਦਈਏ 64,000 ਏਕੜ ਸੀ। ਇੱਥੇ ਬਣਨਾ ਸੀ ਆਸ਼ਰਮ, ਪਰ ਇੱਥੇ ਆਸ਼ਰਮ ਤੱਕ ਕੀ ਬਹੁਤ ਵੱਡਾ ਸ਼ਹਿਰ ਬਣ ਸਕਦਾ ਸੀ। ਅਤੇ ਹੌਲੀ ਹੌਲੀ ਭਗਤਾਂ ਨੂੰ ਇੱਥੇ ਲਿਆਉਣਾ ਸ਼ੁਰੂ ਕੀਤਾ ਅਤੇ ਦਿਨ ਪਰ ਦਿਨ ਭਗਤ ਵੱਧਦੇ ਗਏ। ਜਦੋਂ ਭਗਤਾਂ ਦੀ ਗਿਣਤੀ 20,000 ਤੋਂ ਉੱਪਰ ਹੋ ਗਈ ਤਾਂ ਉੱਥੇ ਬਿਲਡਿੰਗਾਂ ਬਣਨੀਆਂ ਸ਼ੁਰੂ ਹੋ ਗਈਆਂ। ਉਸ ਤੋਂ ਬਾਅਦ ਇੰਜੀਨੀਅਰ, ਡਾਕਟਰ, ਮੈਨੂਫੈਕਚਰ ਅਤੇ ਪੋਲੀਟੀਸ਼ੀਅਨ ਓਸ਼ੋ ਦੇ ਨਾਲ ਜੁੜ ਗਏ। ਓਸ਼ੋ ਦੇ ਭਗਤ ਭਾਰਤ ਨਾਲੋਂ ਤਾਂ ਜ਼ਿਆਦਾ ਵੈਸਟਰਨ ਦੇ ਲੋਕ ਸੀ ਅਤੇ ਜਦੋਂ ਉਹਨਾਂ ਦੀ ਲੋੜ ਪਈ ਤਾਂ ਉਹ ਨਾਲ ਖੜ੍ਹੇ ਹੋ ਗਏ। ਓਸ਼ੋ ਦੇ ਸਾਰੇ ਕੰਮ ਮਾਂ ਸ਼ੀਲਾ ਦੇਖ ਰਹੀ ਸੀ। ਹੁਣ ਇਹ ਅਮਰੀਕਾ ਦੇ ਵਿੱਚ ਆਪਣਾ ਪੂਰਾ ਸਾਮਰਾਜ ਬਣਾਉਣਾ ਚਾਹੁੰਦੇ ਸੀ, ਕਿਉਂਕਿ ਹੁਣ ਇਹ ਸਾਰੀ ਪ੍ਰਾਪਰਟੀ ਇੱਕ ਸ਼ਹਿਰ ਬਣ ਗਿਆ ਸੀ। ਇਸ ਨੂੰ ਰਜਨੀਸ਼ਪੁਰਮ ਕਿਹਾ ਜਾਣ ਲੱਗਿਆ। ਇੱਥੋਂ ਦੇ ਲੋਕਾਂ ਨੇ ਵੋਟ ਕੀਤਾ ਅਤੇ ਰੈਫਰੈਂਡਮ ਵੀ ਹੋਇਆ ਕਿ ਇਸ ਨੂੰ ਸ਼ਹਿਰ ਬਣਾ ਦਿੱਤਾ ਜਾਵੇ। ਪਰ ਜੋ ਉੱਥੇ ਨੇੜੇ ਤੇੜੇ ਲੋਕ ਰਹਿ ਰਹੇ ਸਨ, ਉਹਨਾਂ ਨੂੰ ਇਹ ਚੀਜ਼ ਪਸੰਦ ਨਹੀਂ ਆ ਰਹੀ ਸੀ। ਪਰ ਹੁਣ ਇਸ ਕਾਰਨ ਰੋਨਾਲਡ ਰੀਗਨ ਦੀ ਸਰਕਾਰ ਇਸ ਕਾਰਨ ਬਹੁਤ ਪਰੇਸ਼ਾਨ ਹੋ ਗਈ ਸੀ, ਕਿਉਂਕਿ ਇਸ ਤਰ੍ਹਾਂ ਦਾ ਵਾਕਿਆ ਉਹਨਾਂ ਨੇ ਪਹਿਲਾਂ ਦੇਖਿਆ ਹੋਇਆ ਸੀ। ਉਹ ਸੀ ਜਿਮ ਜੌਨ, ਇੱਕ ਲੰਬਾ ਚੌੜਾ ਵਿਅਕਤੀ ਜਿਸ ਨੇ ਇੱਕ ਕਲਟ ਖੋਲ੍ਹਿਆ ਸੀ। ਉਸਨੇ ਵੀ ਇੱਕ ਟੈਂਪਲ ਬਣਾ ਲਿਆ ਸੀ ਅਤੇ ਉਹ ਵੀ ਲੋਕਾਂ ਦੇ ਲਈ ਲੜਾਈ ਲੜਦਾ ਸੀ, ਜਿਵੇਂ ਕਿ ਅਮਰੀਕਾ ਵਿੱਚ ਰੰਗ ਭੇਦ ਦੀ ਨੀਤੀ ਚੱਲਦੀ ਸੀ। ਉਹ ਉਸ ਦੇ ਖਿਲਾਫ ਸੀ, ਇਸ ਲਈ ਉਹ ਅਮਰੀਕਨ ਅਥਾਰਟੀ ਨਾਲ ਭਿੜ ਗਿਆ। ਇਸ ਲਈ ਅਥਾਰਟੀਜ਼ ਨੂੰ ਪਤਾ ਸੀ ਕਿ ਰਜਨੀਸ਼ਪੁਰਮ ਇੱਕ ਪੂਰਾ ਸ਼ਹਿਰ ਬਣ ਚੁੱਕਿਆ ਹੈ ਅਤੇ ਲੋਕ ਇੱਥੇ ਆ ਕੇ ਰਹਿਣ ਲੱਗ ਗਏ ਹਨ। ਅਤੇ ਦੱਸਿਆ ਜਾਂਦਾ ਸੀ ਕਿ ਇੱਥੇ ਬਹੁਤ ਖਤਰਨਾਕ ਐਕਸਪੈਰੀਮੈਂਟ ਵੀ ਕੀਤੇ ਜਾਂਦੇ ਸਨ। ਸੋ ਜਿਹੜੇ ਬੈਕਟੀਰੀਆ ਨਾਲ ਟਾਈਫਾਇਡ ਹੁੰਦਾ ਹੈ, ਉਹ ਲੋਕਾਂ ਵਿੱਚ ਇੰਜੈਕਟ ਕੀਤਾ ਜਾਣ ਲੱਗਿਆ ਸੀ, ਸੈਲਮਨੀਲਾ। ਅਤੇ ਓਸ਼ੋ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ
ਤਾਂ ਉਸ ਨੇ ਆਪਣਾ ਉਸ ਵਕਤ ਮੌਨ ਵਰਤ ਤੋੜਿਆ। ਉਸ ਨੇ ਕਿਹਾ ਕਿ ਮੈਨੂੰ ਇਸ ਬਾਰੇ ਪਤਾ ਹੀ ਨਹੀਂ ਸੀ ਤੇ ਉਸ ਨੇ ਕਿਹਾ ਕਿ ਮੈਨੂੰ ਮਾਂ ਸ਼ੀਲਾ ਨੇ ਧੋਖਾ ਦਿੱਤਾ ਹੈ, ਸਭ ਕੁਝ ਸ਼ੀਲਾ ਨੇ ਕੀਤਾ ਹੈ। ਇੱਥੋਂ ਤੱਕ ਕਿ ਓਸ਼ੋ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦਾ ਕਾਰਨ ਉਹਨਾਂ ਕੋਲ ਬਹੁਤ ਵੱਡੀ ਪ੍ਰਾਪਰਟੀ ਦਾ ਹੋਣਾ ਸੀ। ਦੱਸ ਦਈਏ ਕਿ ਓਸ਼ੋ ਕੋਲ 100 ਰਾਇਲ ਰॉयਸ ਗੱਡੀਆਂ ਸਨ। ਉਹ 365 ਲੈਣੀਆਂ ਚਾਹੁੰਦੇ ਸਨ, ਹਰ ਦਿਨ ਲਈ ਇੱਕ ਰਾਇਲ ਰॉयਸ। ਇੱਥੇ ਅਜਿਹੀ ਇੱਕ ਗੱਡੀ ਲੈਣ ਲਈ ਬੰਦੇ ਦੀ ਪੂਰੀ ਜ਼ਿੰਦਗੀ ਦੀ ਕਮਾਈ ਲੱਗ ਜਾਂਦੀ ਹੈ, ਪਰ ਓਸ਼ੋ ਨੂੰ ਇਹ ਸਭ ਗੱਡੀਆਂ ਗਿਫਟ ਕੀਤੀਆਂ ਗਈਆਂ ਸਨ। ਸੋ ਇੱਥੇ ਓਸ਼ੋ ਚਾਹੇ ਬਿਲਕੁਲ ਵਧੀਆ ਵਿਚਾਰਾਂ ਵਾਲੇ ਸਨ, ਪਰ ਉਹਨਾਂ ਦੇ ਨਾਲ ਰਹਿੰਦੇ ਲੋਕਾਂ ਦੀ ਅੱਖ ਉਹਨਾਂ ਦੀ ਪ੍ਰਾਪਰਟੀ 'ਤੇ ਆ ਗਈ। ਸੋ ਅਥਾਰਟੀਜ਼ ਨੇ ਦੇਖਿਆ ਕਿ ਸ਼ਹਿਰ ਦੀ ਗਰੋਥ ਬੜੀ ਤੇਜ਼ੀ ਨਾਲ ਹੋ ਰਹੀ ਹੈ ਅਤੇ ਇਸ ਕੰਸਟਰਕਸ਼ਨ ਨੂੰ ਛੇਤੀ ਤੋਂ ਛੇਤੀ ਰੋਕਿਆ ਜਾਵੇ। ਇਸ ਲਈ ਅਥਾਰਟੀ ਇਸ ਮਸਲੇ ਨੂੰ ਕੋਰਟ ਵਿੱਚ ਲੈ ਗਈ। ਅਤੇ ਇੱਕ ਹੋਰ ਗੱਲ, ਇਸ ਸ਼ਹਿਰ ਦੇ ਵਿੱਚ ਬੇਸਮੈਂਟ ਵੀ ਬਣਾਏ ਜਾ ਰਹੇ ਸਨ, ਨਿਊਕਲੀਅਰ ਬੇਸਮੈਂਟ, ਕਿਉਂਕਿ ਓਸ਼ੋ ਵੱਧ ਰਹੀ ਆਬਾਦੀ ਅਤੇ ਨਿਊਕਲੀਅਰ ਵੈਪਨ ਨੂੰ ਲੈ ਕੇ ਬਹੁਤ ਚਿੰਤਾ ਵਿੱਚ ਸੀ। ਸੋ ਉਹਨਾਂ ਦਾ ਕਹਿਣਾ ਸੀ ਕਿ ਤੀਜਾ ਵਰਲਡ ਵਾਰ ਹੋਣ ਵਾਲਾ ਹੈ ਅਤੇ 1990 ਦੇ ਕਰੀਬ ਸਾਰੀ ਦੁਨੀਆ ਖਤਮ ਹੋ ਜਾਵੇਗੀ, ਅਤੇ ਜਿਸ ਕਰਕੇ ਤੁਸੀਂ ਸਾਡੇ ਇੱਥੇ ਆ ਕੇ ਰਹੋ। ਇੱਥੇ ਅਸੀਂ ਬੇਸਮੈਂਟ ਬਣਾਏ ਹੋਏ ਹਨ। ਪਰ ਇਹ ਸਭ ਕੁਝ ਓਸ਼ੋ ਦੇ ਬਿਹਾਵ 'ਤੇ ਸ਼ੀਲਾ ਬੋਲਦੀ ਸੀ। ਸਰਕਾਰ ਨੇ ਕੰਮ ਪੈਨ ਕਰ ਹੁਣ ਜਦੋਂ ਪੂਰਾ ਖਤਰਾ ਸਿਰ 'ਤੇ ਆ ਗਿਆ ਸੀ ਤਾਂ ਮਾਂ ਸ਼ੀਲਾ ਆਪਣੇ ਬੰਦਿਆਂ ਨੂੰ ਲੈ ਕੇ ਚਲੀ ਗਈ ਯੂਰਪ, ਅਤੇ ਸਾਰਾ ਫੋਕਸ ਆ ਗਿਆ ਓਸ਼ੋ 'ਤੇ। ਅਤੇ ਜਦੋਂ ਸੁਣਵਾਈ ਹੋਈ, ਓਸ਼ੋ ਨੇ ਜੰਮ ਕੇ ਗੁੱਸਾ ਕੱਢਿਆ ਮਾਂ ਸ਼ੀਲਾ 'ਤੇ। ਉਹਨਾਂ ਕਿਹਾ ਕਿ ਉਸਨੇ ਬਹੁਤ ਜ਼ੁਲਮ ਕੀਤੇ ਨੇ ਅਤੇ ਬਹੁਤ ਵੱਡਾ ਕ੍ਰਾਈਮ ਕੀਤਾ ਹੈ। ਅਤੇ ਇਸ ਵਕਤ ਹੀ ਓਸ਼ੋ ਨੇ ਆਪਣਾ 3.5 ਸਾਲ ਦਾ ਮੌਨ ਵਰਤ ਤੋੜਿਆ ਸੀ, ਅਤੇ ਇਸ ਵਕਤ ਹੀ ਉਹਨਾਂ ਨੇ ਸੱਚਾਈ ਦੱਸੀ ਕਿ ਇਸ ਬਾਰੇ ਮੈਨੂੰ ਕੁਝ ਵੀ ਪਤਾ ਨਹੀਂ ਸੀ, ਅਤੇ ਜੋ ਵੀ ਸੈਂਟਰਲ ਆਰਗਨ 'ਚ ਹੋ ਰਿਹਾ ਸੀ, ਸ਼ਹਿਰ ਵਿੱਚ ਹੋ ਰਿਹਾ ਸੀ, ਇਸ ਬਾਰੇ ਮੈਨੂੰ ਕੋਈ ਵੀ ਜਾਣਕਾਰੀ ਨਹੀਂ ਸੀ। ਅਤੇ ਉਸ ਨੇ ਬਹੁਤ ਵੱਡਾ ਜੁਰਮ ਕੀਤਾ ਹੈ, ਗੁਨਾਹ ਕੀਤਾ ਹੈ। ਮੈਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਖੁਦ ਮੰਨਦਾ ਹਾਂ, ਪਰ ਅਮਰੀਕੀ ਸਰਕਾਰ ਮੰਨੀ ਨਹੀਂ। ਉਹਨਾਂ ਨੇ ਮੁਕੱਦਮਾ ਚਲਾਇਆ ਅਤੇ ਅਮਰੀਕੀ ਸਰਕਾਰ ਨੇ ਓਸ਼ੋ ਜੀ ਨੂੰ ਕਿਹਾ ਕਿ ਗੱਲ ਇੱਦਾਂ ਹੈ ਕਿ ਹੁਣ ਦੁਬਾਰਾ ਤੁਸੀਂ ਇੱਥੇ ਦਿਖਣੇ ਨਹੀਂ ਚਾਹੀਦੇ, ਅਤੇ 5 ਸਾਲਾਂ ਲਈ ਉਹਨਾਂ ਨੇ ਇਹਨਾਂ ਨੂੰ ਅਮਰੀਕਾ ਵਿੱਚੋਂ ਬੈਨ ਕਰ ਦਿੱਤਾ, ਅਤੇ ਜਿਸ ਤੋਂ ਬਾਅਦ ਓਸ਼ੋ ਨੂੰ ਅਮਰੀਕਾ ਤੋਂ ਨਿਕਲਣਾ ਪਿਆ। ਅਤੇ ਇੱਥੇ ਜਦੋਂ ਓਸ਼ੋ ਇੰਡੀਆ ਆਏ ਤਾਂ ਇਹਨਾਂ ਨੂੰ ਹੀਰੋਆਂ ਵਾਲਾ ਸਵਾਗਤ ਮਿਲਿਆ। ਇੱਥੇ ਇਹ ਕੁੱਲੂ ਮਨਾਲੀ ਅਤੇ ਹੋਰ ਕਈ ਥਾਵਾਂ 'ਤੇ ਜਾਂਦੇ ਰਹੇ, ਅਤੇ ਇਸ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਵੀ ਜਾਂਦੇ ਰਹੇ, ਅਤੇ ਫਿਰ ਪੂਨੇ ਚਲੇ ਗਏ। ਅਤੇ 1990 ਦੇ ਵਿੱਚ 58 ਸਾਲ ਦੀ ਉਮਰ ਵਿੱਚ ਇਹਨਾਂ ਦਾ ਦੇਹਾਂਤ ਹੋ ਜਾਂਦਾ ਹੈ। ਅਤੇ ਹੁਣ ਇਹਨਾਂ ਦੀ ਮੌਤ 'ਤੇ ਵੀ ਬਹੁਤ ਸਾਰੀਆਂ ਮਿਸਟਰੀਜ਼ ਹਨ ਕਿ ਇਹ ਆਪ ਨਹੀਂ ਮਰੇ, ਦਿਲ ਦਾ ਦੌਰਾ ਪੈਣ ਨਾਲ ਨਹੀਂ ਮਰੇ, ਇਹਨਾਂ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ। ਅਤੇ ਭਗਤਾਂ ਦੁਆਰਾ ਇਹ ਵੀ ਕਿਹਾ ਜਾਂਦਾ ਹੈ ਕਿ ਅਮਰੀਕਾ ਦੁਆਰਾ ਸਲੋ ਪੋਇਜ਼ਨ ਦਾ ਟੀਕਾ ਓਸ਼ੋ ਨੂੰ ਲਗਾਇਆ ਗਿਆ ਸੀ ਤਾਂ ਜੋ ਉਹਨਾਂ ਦੀ ਹੌਲੀ ਹੌਲੀ ਮੌਤ ਹੋ ਜਾਵੇ। ਪਤਾ ਨਹੀਂ ਓਸ਼ੋ ਸੱਚਮੁੱਚ ਹੀ ਕੋਈ ਫਰਾਡ ਜਾਂ ਪ੍ਰਭਾਵਸ਼ਾਲੀ ਸੀ ਤਾਂ ਜੋ ਸਰਕਾਰਾਂ ਉਹਨਾਂ ਤੋਂ ਇੰਨੀਆਂ ਡਰਦੀਆਂ ਸੀ। ਇਕੱਲਾ ਅਮਰੀਕਾ ਨੇ ਹੀ ਉਹਨਾਂ ਨੂੰ ਬੈਨ ਨਹੀਂ ਸੀ ਕੀਤਾ, ਗਰੀਸ, ਸਵੀਡਨ, ਸਵਿਟਜ਼ਰਲੈਂਡ, ਤਕਰੀਬਨ 31 ਦੇਸ਼ਾਂ ਨੇ ਉਹਨਾਂ ਨੂੰ ਬੈਨ ਕੀਤਾ ਸੀ। ਅਤੇ ਇਹਨਾਂ ਸਾਰੇ ਦੇਸ਼ਾਂ ਤੋਂ ਥੱਕ ਹਾਰ ਕੇ 1987 ਵਿੱਚ ਉਹ ਆਪਣੇ ਪੂਨੇ ਵਾਲੇ ਆਸ਼ਰਮ ਵਿੱਚ ਆ ਜਾਂਦੇ ਹਨ, ਜਿੱਥੇ ਆਖਰ 1990 ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ। ਅਤੇ ਇਹ ਤਾਂ ਸੀ ਜੀ ਓਸ਼ੋ ਜੀ ਦੇ ਜ਼ਿੰਦਗੀ ਬਾਰੇ ਕੁਝ ਝਾਤ, ਉਹਨਾਂ ਦੀ ਜ਼ਿੰਦਗੀ ਦੇ ਵੇਰਵੇ। ਅਤੇ ਤੁਹਾਨੂੰ ਕਿਵੇਂ ਲੱਗੇ ਇਸ ਬਾਰੇ ਆਪਣੇ ਕਮੈਂਟ ਬਾਕਸ ਵਿੱਚ ਲਿਖ ਕੇ ਜ਼ਰੂਰ ਭੇਜਣੇ ਜੀ। ਅਤੇ ਅੱਗੇ ਤੋਂ ਕੋਈ ਹੋਰ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਉਂਦੇ ਰਹਾਂਗੇ ਜੀ। ਤਦ ਤੱਕ ਲਈ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।